ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਵਿਸ਼ਰਾਮ, ਉਚਾਰਨ, ਪ੍ਰਮਾਣਾ ਸਹਿਤ ਸੁਣ ਰਹੇ ਹਾਂ। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 7 ਪੌੜੀਆਂ ਦੇ ਅਰਥ, ਵਿਸ਼ਰਾਮ ਤੇ ਉਚਾਰਨ ਸੁਣੇ ਆ। ਹੁਣ ਇਸ ਤੋਂ ਅੱਗੇ ਅਸੀਂ ਅਗਲੀਆਂ ਪੌੜੀਆਂ ਦੀ ਵਿਚਾਰ ਸ਼ੁਰੂ ਕਰਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, 7 ਪੌੜੀਆਂ ਤੋਂ ਅੱਗੇ ਜੋ ਅਗਲੀਆਂ 4 ਪੌੜੀਆਂ ਦਾ ਸਿਰਲੇਖ ਸੋਹਣਿਆਂ ਦੇ ਨਾਮ ਹੇਠ ਹੈ। ਸੋਹਣਿਆਂ ਦੇ ਨਾਮ ਹੇਠ ਅਗਲੀਆਂ ਪੌੜੀਆਂ 4 ਸੁਣਿਆ ਕਰਕੇ ਆਉਣੀਆਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾ ਗੁਣਾ ਕੇ ਗਾ। ਇਹ 4 ਪੌੜੀਆਂ। ਸੋ ਇਹਨਾਂ 4 ਪੌੜੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਰ-ਵਾਰ ਸੁਣਿਆ ਸ਼ਬਦ ਦੀ ਵਰਤੋਂ ਕੀਤੀ ਹੈ। ਮਤਲਬ ਕਿ ਜਦੋਂ ਜੀਵ ਵਾਰ-ਵਾਰ ਸੁਣੇਗਾ, ਪਰਮੇਸ਼ਰ ਦਾ ਨਾਮ ਸੁਣਨ ਨਾਲ ਮਨੁੱਖ ਦੇ ਅੰਦਰ ਬਹੁਤ ਸਾਰੇ ਚੰਗੇ ਗੁਣ ਆ ਜਾਂਦੇ ਆ। ਨਾਮ ਸੁਣਨ ਨਾਲ ਮਨੁੱਖ ਮਹਾਨ ਵਿਦਵਾਨ ਅਤੇ ਇੱਜ਼ਤਦਾਰ ਬਣ ਜਾਂਦਾ ਹੈ। ਫਿਰ ਮਨੁੱਖ ਵਾਹਿਗੁਰੂ ਉੱਤੇ ਭਰੋਸਾ ਧਾਰਨ ਕਰਕੇ ਉਸ ਨੂੰ ਸੱਚ ਮੰਨਣ ਲੱਗ ਪਵੇਗਾ। ਜਿਵੇਂ ਅਸੀਂ ਕਿਸੇ ਬੰਦੇ ਦੀਆਂ ਵਾਰ-ਵਾਰ ਚੰਗਿਆਈਆਂ ਸੁਣਦੇ ਹਾਂ, ਜਿਵੇਂ ਅਸੀਂ ਕਿਸੇ ਬੰਦੇ ਦੀਆਂ ਵਾਰ-ਵਾਰ ਚੰਗਿਆਈਆਂ ਜਾਂ ਉਹਦੇ ਚੰਗੇ ਗੁਣ ਸੁਣਦੇ ਹਾਂ, ਉਸ ਦੀ ਵਡਿਆਈ ਸੁਣਦੇ ਹਾਂ, ਤਾਂ ਫਿਰ ਉਸ ਵਾਸਤੇ ਸਾਡੇ ਮਨ ਅੰਦਰ ਵਿਸ਼ਵਾਸ ਤੇ ਪਿਆਰ ਜਾਗ ਪੈਂਦਾ ਹੈ। ਇਸੇ ਤਰ੍ਹਾਂ ਇਹ ਜੋ 4 ਪੌੜੀਆਂ ਹਨ, ਇਸ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਜੀ ਨੇ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਕਿਹਾ ਵੀ ਸੁਣਾਂਗੇ, ਪਿਆਰ ਜਾਗੂਗਾ, ਵਿਸ਼ਵਾਸ ਆਊਗਾ। ਫਿਰ ਅਗਲੀਆਂ 4 ਪੌੜੀਆਂ ਦੇ ਵਿੱਚ ਮੰਨਣ ਦੀ ਗੱਲ ਕੀਤੀ ਹੈ, ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਵਾਸਤੇ ਜਾਣਦੇ ਨਹੀਂ, ਕਿਸੇ ਬਾਰੇ ਸੁਣਦੇ ਨਹੀਂ, ਤਾਂ ਉਸ ਬਾਰੇ, ਉਸ ਨੂੰ ਮੰਨਣ ਬਾਰੇ ਕਿੱਦਾਂ ਸੋਚ ਸਕਦੇ ਹਾਂ। ਇਵੇਂ ਇਹ ਜੋ 8 ਪੌੜੀਆਂ ਹਨ, ਪਹਿਲੀਆਂ 4 ਪੌੜੀਆਂ ਸੁਣਿਆ ਦੀਆਂ ਤੇ ਦੂਜੀਆਂ 4 ਪੌੜੀਆਂ ਮੰਨਿਆ ਦੀਆਂ, ਇਹ ਪਰਮਾਤਮਾ ਦੇ ਨਾਮ ਨੂੰ ਸੁਣਨਾ, ਵਿਸ਼ਵਾਸ ਕਰਨਾ, ਮੰਨ ਲੈਣ ਦਾ ਹੀ ਆਧਾਰ ਬਣਾਇਆ ਹੋਇਆ। ਸਤਿਗੁਰੂ ਜੀ ਨੇ ਸਾਨੂੰ ਇਸ ਤਰੀਕੇ ਨਾਲ ਉਪਦੇਸ਼ ਦਿੱਤਾ ਹੈ। ਚਲੋ ਆਓ ਹੁਣ ਆਪਾਂ 8ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਦੇ ਹਾਂ। ਸੁਣਿਆ ਸਿੱਧ ਪੀਰ ਸੁਰਨਾਥ। ਇਹ ਹੁਣ ਜਿਹੜੀਆਂ ਪੌੜੀਆਂ ਹੈਗੀਆਂ ਸੁਣਿਆ ਵਾਲੀਆਂ, ਇੱਥੇ ਇਸ ਨੂੰ ਸੁਣੀਐ ਨਹੀਂ ਬੋਲਣਾ। ਅਸੀਂ ਸੁਣੀਐ ਸਿੱਧ ਪੀਰ ਸੁਰਨਾਥ, ਅਣਾਣੇ ਨੂੰ ਵਿਹਾਰੀ ਨਹੀਂ ਲਾਉਣੀ। ਸੁਣੀਐ, ਸੁਣੀਐ ਨਹੀਂ ਬੋਲਣਾ, ਠੀਕ ਹੈ। ਇੱਥੇ ਸੱਸੇ ਔਂਕੜ ਨਾ, ਅਣਾਣੇ ਨੂੰ ਸਿਹਾਰੀ, ਐੜੇ ਨੂੰ 2 ਲਾਵਾਂ। ਸੁਣਿਐ, ਸੁਣਐ, ਸੁਣਐ, ਸੁਣਿਐ, 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 ਇਸ ਤਰ੍ਹਾਂ ਉਚਾਰਨ ਕਰਨਾ। ਸੁਣ ਪਲੱਸ ਐ, ਸੁਣ ਪਲੱਸ ਐ, ਸੁਣਿਐ, ਸੁਣੀਐ, ਐ ਨਹੀਂ ਬੋਲਣਾ, ਸੁਣਿਐ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਸੋ ਇਹ ਜੋ ਪਹਿਲੀ ਪੰਕਤੀ ਹੈ, ਇਸ ਦੇ ਵਿੱਚ ਇੱਕੋ ਹੀ ਵਿਸ਼ਰਾਮ ਆਉਂਦਾ ਹੈ। ਗੁਰਬਾਣੀ ਨੂੰ ਸਮਝਣ ਵਾਸਤੇ 3 ਵਿਸ਼ਰਾਮ ਹੈ, ਜਿਨ੍ਹਾਂ ਦੇ ਵਿੱਚ 2 ਵਿਸ਼ਰਾਮ ਵਿਦਵਾਨ ਪੁਰਸ਼ਾਂ ਨੇ ਬਣਾਏ ਆ।
ਗੁਰਬਾਣੀ ਨੂੰ ਸਮਝਣ ਵਾਸਤੇ ਮੰਨੇ ਆ। ਕਿਉਂਕਿ ਜਿਸ ਤਰ੍ਹਾਂ ਕਿਸੇ ਨੂੰ ਆਪਾਂ ਚਿੱਠੀ ਲਿਖਦੇ ਆ ਜਾਂ ਸਾਨੂੰ ਕੋਈ ਚਿੱਠੀ ਆਉਂਦੀ ਆ ਤਾਂ ਉਹਦੇ ਵਿੱਚ ਇੱਕ ਸੈਂਟੈਂਸ ਲਿਖਿਆ ਹੁੰਦਾ, ਲੰਮਾ ਸਾਰਾ ਸੈਂਟੈਂਸ ਲਿਖ ਕੇ ਐਂਡ ਦੇ ਉੱਪਰ ਫੁੱਲ ਸਟਾਪ ਲਾਇਆ ਹੁੰਦਾ। ਅਗਰ ਜੇ ਉਸ ਲੈਟਰ ਦੀ ਲਾਈਨ ਨੂੰ ਆਪਾਂ ਇੱਕੋ ਸਾਹ ਵਿੱਚ ਪੜ੍ਹ ਦਈਏ, ਬਿਨਾਂ ਰੁਕੇ ਹੀ ਪੜ੍ਹ ਦਈਏ, ਤਾਂ ਉਹਦਾ ਕੋਈ ਮੀਨਿੰਗ ਨਹੀਂ ਬਣੂਗਾ, ਸਾਨੂੰ ਸਮਝ ਵਿੱਚ ਨਹੀਂ ਆਉਣਾ ਵੀ ਇਹ ਕੀ ਲਿਖਿਆ, ਜਾਂ ਸੁਣਨ ਵਾਲੇ ਦੀ ਵੀ ਸਮਝ ਨਹੀਂ ਆਉਣੀ ਵੀ ਇਹਨੇ ਕੀ ਬੋਲਿਆ ਪੜ੍ਹਨ ਵਾਲੇ ਨੇ। ਇਸ ਕਰਕੇ ਉੱਥੇ ਅਸੀਂ ਰੁਕ ਰੁਕ ਕੇ ਉਸ ਚਿੱਠੀ ਨੂੰ ਪੜ੍ਹਦੇ ਹਾਂ। ਉਹ ਮੈਨੂੰ ਉੱਥੇ ਲੈ ਗਿਆ, ਹੈ ਨਾ, ਇਸ ਤਰ੍ਹਾਂ ਉਹ ਮੈਨੂੰ ਉੱਥੇ ਲੈ ਗਿਆ। ਇਸ ਤਰ੍ਹਾਂ ਮੈਨੂੰ ਤਾਂ ਥੋੜ੍ਹਾ ਜਿਹਾ ਰੁਕਾਂਗੇ। ਇਸੇ ਤਰ੍ਹਾਂ ਜਿਹੜੇ ਵਿਸ਼ਰਾਮ ਹੁੰਦੇ ਆ ਉਹ ਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਸਾਨੂੰ ਦੱਸਿਆ। ਗੁਰਬਾਣੀ 'ਚ ਲੱਗੇ ਨਹੀਂ ਆ ਕਿਤੇ ਵੀ, ਪਰ ਉਹਨਾਂ ਨੂੰ ਸਮਝਣ ਵਾਸਤੇ ਸਾਨੂੰ ਸਮਝਾਇਆ, ਦੱਸਿਆ ਵੀ ਆਹ ਵਿਸ਼ਰਾਮ ਹੈ ਲੱਗਣੇ ਆ। 3 ਤਰ੍ਹਾਂ ਦੇ ਵਿਸ਼ਰਾਮ ਹੈ, ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਜਿਹੜਾ ਪੂਰਨ ਵਿਸ਼ਰਾਮ ਹੈ ਉਹ ਗੁਰਬਾਣੀ ਵਿੱਚ ਆਲਰੇਡੀ 2 ਡੰਡਿਆਂ ਦੇ ਨਾਲ ਲੱਗਿਆ ਹੋਇਆ, ਬਟ 2 ਜਿਹੜੇ ਵਿਸ਼ਰਾਮ ਹੈਗੇ ਆ, ਅਲਪ ਤੇ ਅਰਧ ਵਿਸ਼ਰਾਮ, ਉਹ ਗੁਰਬਾਣੀ ਵਿੱਚ ਲੱਗੇ ਨਹੀਂ ਹੈ। ਸਾਨੂੰ ਗੁਰਬਾਣੀ ਨੂੰ ਸਮਝਣ ਜਾਂ ਸਮਝਾਉਣ ਵਾਸਤੇ ਉੱਥੇ ਸਟਾਪ ਹੋਣਾ ਪੈਂਦਾ, ਥੋੜ੍ਹਾ ਪਾਊਜ਼ ਹੋਣਾ ਪੈਂਦਾ, ਤਾਂ ਕਿ ਗੁਰਬਾਣੀ ਦੀ ਮੀਨਿੰਗ ਵੀ ਸਹੀ ਬਣ ਜਾਣ ਤੇ ਫਿਰ ਉਸ ਦਾ ਉਚਾਰਨ ਵੀ ਸਹੀ ਬਣ ਜਾਵੇ। ਤਾਂ ਇਸੇ ਤਰ੍ਹਾਂ ਜਿਹੜੇ ਵਿਸ਼ਰਾਮ ਹੁੰਦੇ ਆ ਉਹ 3 ਤਰ੍ਹਾਂ ਦੇ ਹੁੰਦੇ ਆ। ਅਲਪ ਵਿਸ਼ਰਾਮ ਮੀਨਸ a short pause, ਅਰਧ ਵਿਸ਼ਰਾਮ ਮੀਨਸ a slightly longer pause, a slightly longer pause then ਅਲਪ ਵਿਸ਼ਰਾਮ ਮੀਨਸ ਜਿਸ ਤਰ੍ਹਾਂ ਅਸੀਂ ਅਲਪ ਵਿਸ਼ਰਾਮ ਤੇ ਥੋੜ੍ਹਾ ਜਿਹਾ ਰੁਕਦੇ ਹਾਂ, ਅਰਧ ਵਿਸ਼ਰਾਮ ਤੇ ਥੋੜ੍ਹਾ ਜਿਹਾ ਸਾਨੂੰ ਜ਼ਿਆਦਾ ਰੁਕਣਾ ਪੈਂਦਾ। ਅਲਪ ਵਿਸ਼ਰਾਮ ਮੀਨਸ ਸ਼ਾਰਟ ਪੌਜ਼, ਅਰਧ ਵਿਸ਼ਰਾਮ ਮੀਨਸ a slightly longer pause then ਅਲਪ ਵਿਸ਼ਰਾਮ, ਐਂਡ ਪੂਰਨ ਵਿਸ਼ਰਾਮ a full stop। ਉਹ ਗੁਰਬਾਣੀ ਦੇ ਵਿੱਚ ਲੱਗੇ ਹੋਏ ਆਲਰੇਡੀ। ਸੋ ਇਸ ਪੰਕਤੀ ਦੇ ਵਿੱਚ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤੇ ਥੋੜ੍ਹਾ ਜਿਹਾ ਰੁਕਾਂਗੇ, ਸੁਣਿਆ ਸਿੱਧ ਪੀਰ ਸੁਰਨਾਥ। ਉਚਾਰਨ ਇਹਦਾ ਸੁਣਿਆ ਤੇ ਆਪਾਂ ਜ਼ਿਆਦਾ ਪ੍ਰੈਸ਼ਰ ਪਾਉਣਾ ਹੈ ਇਸ ਨੂੰ ਉਚਾਰਨ ਕਰਨ ਵਾਸਤੇ। ਵੈਸੇ ਉਚਾਰਨ ਸਾਰੇ ਤਕਰੀਬਨ ਸਹੀ ਲਾਉਂਦੇ ਆ ਅਸੀਂ। ਇਸ ਦਾ ਅਰਥ ਹੈ ਕਿ ਵਾਹਿਗੁਰੂ ਦੇ ਨਾਮ ਨੂੰ ਸੁਣਨ ਨਾਲ ਜੀਵ ਪੂਰਨ ਪੁਰਸ਼, ਧਾਰਮਿਕ ਆਗੂ, ਰੂਹਾਨੀ ਸੰਤ, ਦੇਵਤਿਆਂ ਦਾ ਮਾਲਕ ਬਣ ਜਾਂਦਾ। ਸਿੱਧ ਮੀਨਸ ਪੂਰਨ ਪੁਰਸ਼, ਪੀਰ ਮੀਨਸ ਧਾਰਮਿਕ ਆਗੂ, ਰੂਹਾਨੀ ਸੰਤ, ਧਾਰਮਿਕ ਆਗੂ ਜਾਂ ਪਹੁੰਚਿਆ ਹੋਇਆ ਮਹਾਂਪੁਰਖ। ਸੁਰਨਾਥ ਮੀਨਸ, ਸੁਰ ਮੀਨਸ ਦੇਵਤੇ, ਨਾਥ ਮੀਨਸ ਮਾਲਕ। ਉਹ ਦੇਵਤਿਆਂ ਦਾ ਵੀ ਮਾਲਕ ਬਣ ਜਾਂਦਾ ਪਰਮਾਤਮਾ ਦਾ ਨਾਮ ਸੁਣਨ ਨਾਲ। ਦੈਨ ਸੁਣਿਆ ਧਰਤ ਧਵਲ ਆਕਾਸ਼, ਇੱਥੇ ਵੀ ਕੋਈ ਵਿਸ਼ਰਾਮ ਹੈ, ਸੁਣਿਆ ਤੇ ਲੱਗੂਗਾ ਅਰਧ ਵਿਸ਼ਰਾਮ। A slightly longer pause then ਅਲਪ ਵਿਸ਼ਰਾਮ। ਸੁਣਿਆ ਤੇ ਇੱਕ ਥਾਂ ਤੇ ਰੁਕਣਾ ਆਪਾਂ ਥੋੜ੍ਹਾ ਜਿਹਾ। ਸੁਣਿਆ ਧਰਤ ਧਵਲ ਆਕਾਸ਼, ਇੱਥੇ ਥੋੜ੍ਹੀ ਸਾਡੇ ਕੋਲੋਂ ਮਿਸਟੇਕ ਹੋ ਜਾਂਦੀ ਹੈ। ਅਸੀਂ ਬੋਲ ਦਿੰਦੇ ਹਾਂ ਧਰਤ ਧਵਲ ਆਕਾਸ਼, ਆਕਾਸ਼ ਨਹੀਂ ਉਚਾਰਨ ਕਰਨਾ ਇਹਦਾ, ਐੜੇ ਨੂੰ ਕੰਨਾ ਲੱਗਿਆ ਹੋਇਆ ਤਾਂ ਅਸੀਂ ਬੋਲਾਂਗੇ ਆਕਾਸ਼, ਐੜੇ ਨੂੰ ਕੰਨਾ ਲਾ ਕੇ ਬੋਲਣਾ ਆਕਾਸ਼। ਸੁਣਿਆ ਧਰਤ ਧਵਲ ਆਕਾਸ਼, ਇਸ ਤਰ੍ਹਾਂ ਉਚਾਰਨ ਕਰਨਾ। ਇਸ ਦਾ ਅਰਥ ਹੈ ਕਿ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਧਰਤੀਆਂ ਦੇ ਅੰਦਰ ਦਾ ਗਿਆਨ ਹੋ ਜਾਂਦਾ ਹੈ। ਪ੍ਰਮਾਤਮਾ ਦਾ ਨਾਮ ਸੁਣਨ ਦੇ ਨਾਲ ਧਰਤੀਆਂ ਦੇ ਅੰਦਰ ਦਾ ਗਿਆਨ ਹੋ ਜਾਂਦਾ। ਧਰਤ ਧਵਲ ਆਕਾਸ਼, ਆਕਾਸ਼ ਮੀਨਸ ਅਸਮਾਨ ਦੇ ਵਿੱਚ ਵਾਪਰ ਰਹੀਆਂ ਖੇਡਾਂ ਦਾ ਗਿਆਨ ਹੋ ਜਾਂਦਾ। ਪ੍ਰਮਾਤਮਾ ਦਾ ਨਾਮ ਸੁਣਨ ਨਾਲ ਧਰਤੀਆਂ ਦੇ ਅੰਦਰ ਦਾ ਗਿਆਨ ਅਤੇ ਅਸਮਾਨ ਵਿੱਚ ਵਾਪਰ ਰਹੀਆਂ ਖੇਡਾਂ ਦਾ ਗਿਆਨ ਹੋ ਜਾਂਦਾ।
then ਸੁਣਿਆ ਦੀਪ ਲੋ ਪਾਤਾਲ। ਓਕੇ, ਸੋ ਉਸੇ ਤਰ੍ਹਾਂ ਵਿਸ਼ਰਾਮ ਸੁਣਿਆ ਤੇ ਲੱਗੂਆ, ਪਰ ਜਿਹੜੇ ਦੇ ਉਚਾਰਨ ਹੈਗੇ ਆ ਉਹ ਅਸੀਂ ਥੋੜਾ ਜਿਹਾ ਇੱਥੇ ਸਾਡੇ ਕੋਲ ਇੱਥੋਂ ਵੀ ਮਿਸਟੇਕ ਹੋ ਜਾਂਦੀ। ਪਤਾਲ ਸੁਣਿਆ ਦੀਪ ਲੋ ਪਾਤਾਲ ਦੀ ਥਾਂ ਅਸੀਂ ਪਤਾਲ ਬੋਲ ਦਿੰਦੇ ਹਾਂ। ਬਹੁਤ ਸਾਰੇ ਗੁਰਮੁਖ ਇਸ ਤਰ੍ਹਾਂ ਪੜ੍ਹਦੇ ਆ, ਬਹੁਤ ਸਾਰੇ ਲੋਕ। ਤਾਂ ਲੋ ਨਹੀਂ ਕਹਿਣਾ, ਲੋ ਦੇ ਨਾਲ ਲੱਲੇ ਹੋੜਾ ਐੜਾ ਲੱਗਿਆ, ਥੋੜਾ ਜਿਹਾ ਐੜੇ ਨੂੰ ਬੋਲਣਾ, ਆਪਾਂ ਸਾਊਂਡ ਦੇਣੀ ਹੈ ਦੀ ਲੋ ਲੋ ਲੋ। ਦੀਪ ਲੋ ਪਾਤਾਲ, ਦੀਪ ਲੋ ਪਾਤਾਲ, ਇਸ ਤਰ੍ਹਾਂ। ਲੋ ਨਹੀਂ ਕਹਿਣਾਗਾ, ਲੋ ਨਹੀਂ ਕਹਿਣਾ, ਲੰਮੀ ਲੌਂਗ ਸਾਊਂਡ ਨਹੀਂ ਦੇਣੀ, ਓਨਲੀ ਸਿਰਫ ਸ਼ਾਰਟ ਸਾਊਂਡ। ਦੀਪ ਲੋ ਪਾਤਾਲ, ਇਸ ਤਰੀਕੇ ਨਾਲ ਸੁਣਿਆ ਦੀਪ ਲੋ ਪਾਤਾਲ, ਇਸ ਤਰ੍ਹਾਂ ਉਚਾਰਨ ਕਰਨਾ। ਸੋ ਇਹਦਾ ਅਰਥ ਹੈ ਵਾਹਿਗੁਰੂ ਦਾ ਨਾਮ ਸੁਣਨ ਨਾਲ ਦੀਪ ਮੀਨਸ ਸਮੁੰਦਰ ਵਿਚਾਲੇ ਬਣੇ ਹੋਏ ਟਾਪੂ। ਦੀਪ ਮੀਨਸ ਜੋ ਸਮੁੰਦਰ ਦੇ ਵਿਚਾਲੇ ਟਾਪੂ ਬਣੇ ਹੁੰਦੇ ਆ। ਪਤਾਲ, ਪਤਾਲ ਦੇ ਅੰਦਰ ਦੀਆਂ ਧਰਤੀਆਂ ਦਾ ਗਿਆਨ ਹੋ ਜਾਂਦਾ ਹੈ। ਜੋ ਪਤਾਲ ਦੇ ਅੰਦਰ ਧਰਤੀਆਂ ਹਨ ਉਹਨਾਂ ਦਾ ਗਿਆਨ ਹੋ ਜਾਂਦਾ। ਸੋ ਸਮੁੰਦਰ ਦੇ 7 ਦੀਪ ਮੰਨੇ ਗਏ ਆ। ਦੀਪ ਟਾਪੂ ਮੀਨਸ ਟਾਪੂ, 7 ਦੀਪ ਮੰਨੇ ਆ। ਜੰਬੂ ਦੀਪ, ਪਲਕ ਦੀਪ, ਸ਼ਾਲਮਲੀ ਦੀਪ, ਕੁਲਾ ਦੀਪ, ਕਰੋਚ ਦੀਪ, ਸ਼ਾਕ ਦੀਪ, ਪੁਸ਼ਕਰ ਦੀਪ। ਇਸ ਤਰ੍ਹਾਂ ਦੇ 7 ਦੀਪ ਮੰਨੇ ਗਏ ਆ। 7 ਟਾਪੂ ਵੱਡੇ ਮੰਨੇ ਗਏ ਆ। ਹੁਣ ਜਿਵੇਂ ਜਿਵੇਂ ਗਿਆਨ ਵਿਗਿਆਨ ਵੱਧਦਾ ਜਾਂਦਾ ਉਵੇਂ ਉਵੇਂ ਹੋਰ ਟਾਪੂਆਂ ਦੀ ਖੋਜ ਹੁੰਦੀ ਜਾਂਦੀ। ਪੁਰਾਣੇ ਸਮੇਂ ਦੇ ਵਿੱਚ ਇਹੋ ਹੀ 7 ਟਾਪੂ 7 ਦੀਪ ਮੰਨੇ ਜਾਂਦੇ ਸਨ। ਦੈਨ ਸੁਣਿਆ ਕੋਹੇ ਨਾ ਸਕੈ ਕਾਲ। ਉਸੇ ਤਰ੍ਹਾਂ ਵਿਸ਼ਰਾਮ ਸੁਣਿਆ ਤੇ ਲੱਗੂਆ, ਅਰਧ ਵਿਸ਼ਰਾਮ। ਇਹ ਸਲਾਈਟਲੀ ਲੌਂਗਰ ਪੌਜ਼। ਦੈਨ ਅਲਪ ਵਿਸ਼ਰਾਮ। ਅਲਪ ਵਿਸ਼ਰਾਮ ਤੋਂ ਥੋੜਾ ਜਿਹਾ ਜ਼ਿਆਦਾ ਰੁਕਣਾ ਹੁੰਦਾ ਆਪਾਂ। ਸੁਣਿਆ ਪੋਹੇ ਨਾ ਸਕੈ ਕਾਲ, ਇਸ ਤਰ੍ਹਾਂ ਸਕੈ ਨਹੀਂ ਬੋਲਣਾ, ਸਕੈ ਕਾਲ ਇਸ ਤਰ੍ਹਾਂ ਉਚਾਰਨ ਕਰਨਾ। ਇਸ ਦਾ ਅਰਥ ਹੈ ਕਿ ਵਾਹਿਗੁਰੂ ਦਾ ਨਾਮ ਸੁਣਨ ਨਾਲ ਮੌਤ ਦਾ ਡਰ ਨੇੜੇ ਨਹੀਂ ਆਉਂਦਾ। ਪੋਹੇ ਨਾ ਸਕੈ, ਪੋਹੇ ਦਾ ਮਤਲਬ ਛੂਹਣਾ, ਛੂਹਣਾ, ਟੱਚ ਕਰਨਾ। ਜਿਹੜਾ ਮੌਤ ਦਾ ਡਰ ਹੈ ਉਹ ਬੰਦੇ ਨੂੰ ਟੱਚ ਨਹੀਂ ਕਰ ਸਕਦਾ, ਪੋਹ ਨਹੀਂ ਸਕਦਾ, ਨੇੜੇ ਨਹੀਂ ਆਉਂਦਾ। ਨਾਨਕ ਭਗਤਾ ਸਦਾ ਵਿਗਾਸ। ਇੱਥੇ ਨਾਨਕ ਤੇ ਥੋੜਾ ਜਿਹਾ ਰੁਕਾਂਗੇ, ਜਿਵੇਂ ਸੁਣਿਆ ਤੇ ਰੁਕਦੇ ਆਪਾਂ ਉਵੇਂ ਨਾਨਕ ਤੇ ਰੁਕਣਾ ਥੋੜਾ ਜਿਹਾ। ਨਾਨਕ ਭਗਤਾ ਸਦਾ ਵਿਗਾਸ, ਇਸ ਤਰ੍ਹਾਂ ਦੇ ਨਾਲ ਭਗਤਾਂ ਨਹੀਂ ਕਹਿਣਾ। ਨਾਨਕ ਭਗਤਾਂ ਸਦਾ, ਭਗਤਾਂ ਸਦਾ ਵਿਗਾਸ ਨਹੀਂ ਕਹਿਣਾ। ਬਿੰਦੀ ਨਹੀਂ ਲੱਗੀ ਹੋਈ ਤਾਂ ਅਸੀਂ ਬੁਲਾਉਣੀ ਨਹੀਂ ਹੈ, ਫਿਰ ਭਗਤਾਂ ਹੀ ਬੋਲਾਂਗੇ ਕਿਉਂਕਿ ਲੱਗੀ ਨਹੀਂ ਹੈ। ਸੋ ਇਸੇ ਤਰ੍ਹਾਂ ਬਿੰਦੀ ਨਹੀਂ ਲੱਗੀ ਤਾਂ ਨਹੀਂ ਲਾਉਣੀ। ਜਿੱਥੇ ਗੁਰੂ ਜੀ ਨੂੰ ਜ਼ਰੂਰਤ ਪਈ ਉੱਥੇ ਗੁਰੂ ਜੀ ਨੇ ਬਿੰਦੀ ਲਾਈ ਆ। ਠੀਕ ਹੈ। ਸੋ ਵਿਗਾਸ ਦਾ ਜਿਹੜਾ ਅਰਥ ਹੁੰਦਾ ਖੁਸ਼ੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੇ ਭਗਤ ਸਦਾ ਹੀ ਆਨੰਦ ਖੁਸ਼ੀ ਮਾਣਦੇ ਹਨ। ਵਿਗਾਸ ਮੀਨਸ ਆਨੰਦ ਜਾਂ ਖੁਸ਼ੀ, ਕੋਈ ਵੀ ਕਹਿ ਸਕਦੇ ਹਾਂ ਆਪਾਂ। ਸੋ ਅੱਗੇ ਆਉਂਦਾ ਸੁਣਿਆ ਦੁੱਖ ਪਾਪ ਕਾ ਨਾਸ। ਉਸੇ ਤਰ੍ਹਾਂ ਆਪਾਂ ਸੁਣਿਆ ਤੇ ਵਿਸ਼ਰਾਮ ਕਰਾਂਗੇ। ਸੁਣਿਆ ਯਾਦ ਰੱਖਣਾ, ਸੁਣਿਆ ਇਸ ਤਰ੍ਹਾਂ ਸੁਣਿਆ ਬੋਲਣਾ, ਸੁਣੀਆ ਨਹੀਂ ਬੋਲਣਾ, ਸੁਣਿਆ। ਸੋ ਇਸ ਤਰ੍ਹਾਂ ਗੁਰੂ ਜੀ ਨੇ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਗੁਰੂ ਜੀ ਬਚਨ ਕਰਦੇ ਹਨ ਕਿ ਹੇ ਭਾਈ, ਵਾਹਿਗੁਰੂ ਦਾ ਨਾਮ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇੱਥੋਂ ਤੱਕ 8 ਪੌੜੀਆਂ ਹੋ ਗਈਆਂ। ਇਹ ਪੌੜੀਆਂ ਛੋਟੀਆਂ ਆਪਾਂ ਇਕੱਠੀਆਂ ਰਿਕਾਰਡਿੰਗ ਕਰਦੇ ਹਾਂ। ਤਾਂ ਹੁਣ 9ਵੀਂ ਪੌੜੀ ਸ਼ੁਰੂ ਹੁੰਦੀ ਹੈ। ਸੁਣਿਆ ਈਸ਼ਰ ਬਰਮਾ ਇੰਦ। ਉਸੇ ਤਰ੍ਹਾਂ ਕੰਟੀਨਿਊਲੀ ਸੁਣਿਆ ਤੇ ਵਿਸ਼ਰਾਮ ਕਰਨਾ। ਸੁਣਿਆ ਈਸ਼ਰ ਬਰਮਾ ਇੰਦ,
ਵਾਹਿਗੁਰੂ ਜੀ, ਗੁਰੂ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਮ ਨੂੰ ਈਸ਼ਰ ਮੀਨਸ ਸ਼ਿਵ ਜੀ, ਬ੍ਰਹਮਾ ਮੀਨਸ ਬ੍ਰਹਮ। ਸੋ ਗੁਰੂ ਜੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਦੇ ਨਾਮ ਨੂੰ ਸ਼ਿਵ ਜੀ, ਬ੍ਰਹਮਾ ਅਤੇ ਇੰਦਰ ਦੇਵਤਾ ਵੀ ਸੁਣਦੇ ਹਨ। ਪ੍ਰਮਾਤਮਾ ਦਾ ਨਾਮ ਇੰਨਾ ਵੱਡਾ, ਗੁਰੂ ਨਾਨਕ ਦੇਵ ਜੀ ਕਹਿੰਦੇ ਈਸ਼ਰ ਮੀਨਸ ਸ਼ਿਵ ਜੀ, ਬ੍ਰਹਮਾ ਮੀਨਸ ਬ੍ਰਹਮਾ, ਇੰਦ ਮੀਨਸ ਇੰਦਰ ਦੇਵਤਾ। ਇਹ ਸਾਰੇ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਹਨ। ਸੁਣਿਆ ਮੁਖ ਸਲਾਹਣਮੰਦ, ਉਸੇ ਤਰ੍ਹਾਂ ਆਪਾਂ ਸੁਣਿਆ ਤੇ ਵਿਸ਼ਰਾਮ ਕਰਨਾ। ਸੁਣਿਆ ਮੁਖ ਸਲਾਹਣਮੰਦ, ਇਸੇ ਤਰ੍ਹਾਂ ਸੁਣਿਆ ਦਾ ਸਹੀ ਉਚਾਰਨ ਕਰਕੇ ਇੱਥੇ ਵਿਸ਼ਰਾਮ ਕਰਨਾ। ਅੱਗੇ ਸਾਡੇ ਕੋਲ ਇੱਥੇ ਗਲਤੀ ਕੀ ਹੁੰਦੀ, ਅਸੀਂ ਬੋਲਦੇ ਸੁਣਿਆ ਮੁਖ ਸਲਾਹਣਮੰਦ, ਸੱਸੇ ਵਾਲਾ ਕੰਨਾ ਖਾ ਜਾਂਦੇ, ਸੱਸੇ ਵਾਲਾ ਕੰਨਾ ਨਹੀਂ ਬੋਲਦੇ, ਸਾਇਲੈਂਟ ਕਰ ਦਿੰਦੇ ਆ। ਬਟ ਉਸ ਨੂੰ ਖਾਣਾ ਨਹੀਂ, ਸਾਇਲੈਂਟ ਨਹੀਂ ਕਰਨਾ ਕੰਨੇ ਨੂੰ। ਸਾਲਾਹਣਮੰਦ, ਸਾਲਾਹਣ ਇਸ ਤਰ੍ਹਾਂ ਬੋਲਣਾ। ਸੁਣਿਆ ਮੁਖ ਸਾਲਾਹਣਮੰਦ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਉਸ ਦਾ ਨਾਮ ਸੁਣ ਕੇ ਬਦਕਾਰ ਤੇ ਮਾੜੇ ਬੰਦੇ, ਮੰਦ ਮੀਨਸ ਮੰਦੇ ਮਾੜੇ, ਬਦਕਾਰ ਲੋਕ, ਪਰਮਾਤਮਾ ਦੇ ਨਾਮ ਨੂੰ ਸੁਣ ਕੇ ਬਦਕਾਰ ਤੇ ਮਾੜੇ ਮੂੰਹਾਂ ਵਾਲੇ ਬੰਦੇ ਆਪਣੇ ਮੂੰਹ ਵਿੱਚੋਂ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ। ਜਿਹੜੇ ਬੰਦੇ ਨੇ ਕਦੇ ਰੱਬ ਦਾ ਨਾਂ ਨਹੀਂ ਲਿਆ, ਹਮੇਸ਼ਾ ਕੁਫਰ ਤੋਲਦੇ ਰਹਿੰਦੇ ਆ, ਮਾੜੇ ਮੂੰਹਾਂ ਵਾਲੇ, ਮਾੜਾ ਬੋਲਦੇ ਹਨ, ਬਦਕਾਰ ਹਨ। ਅਗਰ ਜੇ ਉਹ ਵੀ ਪ੍ਰਮਾਤਮਾ ਦਾ ਨਾਮ ਸੁਣਨ ਲੱਗ ਜਾਣ ਤਾਂ ਪ੍ਰਮਾਤਮਾ ਦਾ ਨਾਮ ਸੁਣ ਕੇ ਉਹ ਵੀ ਆਪਣੇ ਮੂੰਹ ਵਿੱਚੋਂ ਵਾਹਿਗੁਰੂ ਦੀਆਂ ਸਿਫਤਾਂ ਕਰਨ ਲੱਗ ਜਾਂਦੇ ਆ। ਦੂਜਾ ਅਰਥ, ਸੈਕੰਡ ਮੀਨਿੰਗ, ਵਾਹਿਗੁਰੂ ਦਾ ਨਾਮ ਸੁਣਨ ਨਾਲ ਮੰਦੇ ਮੁਖ ਵੀ ਸਲਾਹਣਯੋਗ ਹੋ ਜਾਂਦੇ ਹਨ। ਭਾਵ ਲੋਕ ਉਹਨਾਂ ਦੀ ਸਿਫਤ ਕਰਨ ਲੱਗ ਜਾਂਦੇ ਹਨ। ਦੋ ਅਰਥ ਹੋ ਗਏ ਨਾ। ਪਹਿਲਾ ਅਰਥ, ਮਾੜੇ ਤੇ ਮੰਦੇ ਲੋਕ ਜਿਹੜੇ ਆਪਣੇ ਮੂੰਹ ਵਿੱਚੋਂ ਕਦੇ ਚੰਗਾ ਨਹੀਂ ਬੋਲਦੇ ਸੀ, ਹਮੇਸ਼ਾ ਮਾੜਾ ਬੋਲਦੇ ਸੀ, ਉਹ ਵੀ ਆਪਣੇ ਮੂੰਹ ਚੋਂ ਰੱਬ ਦਾ ਨਾਮ ਲੈਣ ਲੱਗ ਜਾਂਦੇ ਆ। ਦੂਜਾ ਅਰਥ ਕਿ ਜਿਨ੍ਹਾਂ ਦੇ ਮੁਖ ਸਲਾਉਣ ਯੋਗ ਨਹੀਂ ਹੁੰਦੇ, ਮੰਦੇ ਮੁਖ ਹੁੰਦੇ ਆ, ਜਿਨ੍ਹਾਂ ਦੇ ਮੂੰਹ ਨੂੰ ਦੇਖ ਕੇ, ਜਿਨ੍ਹਾਂ ਨੂੰ ਦੇਖ ਕੇ ਲੋਕ ਕਹਿ ਦਿੰਦੇ ਆ ਭੈੜਾ ਕਿੱਥੋਂ ਮੱਥੇ ਲੱਗ ਗਿਆ। ਇਹੋ ਜਿਹੇ ਲੋਕ ਵੀ ਜੇ ਨਾਮ ਜਪਣ ਲੱਗ ਜਾਣ ਨਾ ਤਾਂ ਇਹੋ ਜਿਹੇ ਲੋਕਾਂ ਦੀ ਵੀ ਲੋਕ ਸਿਫਤ ਕਰਨ ਲੱਗ ਜਾਂਦੇ ਆ। ਇੱਥੇ ਇੱਕ ਪ੍ਰਮਾਣ ਆਉਂਦਾ ਛੋਟਾ ਜਿਹਾ ਐਗਜ਼ਾਮਪਲ। ਜਿਸ ਤਰ੍ਹਾਂ ਬਾਲਮੀਕ ਜੋ ਜੰਗਲ ਵਿੱਚ ਦੀ ਜਾਂਦੇ ਮਨੁੱਖਾਂ ਕੋਲੋਂ ਚੀਜ਼ਾਂ ਖੋਹ ਲੈਂਦਾ ਸੀ, ਬਾਲਮੀਕ ਜੰਗਲ ਵਿੱਚ ਦੀ ਲੰਘਦੇ ਹੋਏ ਲੋਕਾਂ ਕੋਲੋਂ ਚੀਜ਼ਾਂ ਖੋਹ ਲੈਂਦਾ ਸੀ ਤੇ ਫਿਰ ਉਹਨਾਂ ਨੂੰ ਮਾਰ ਦਿੰਦਾ ਸੀ। ਇੱਕ ਵਾਰ ਉੱਥੋਂ ਦੀ ਇੱਕ ਸੰਤ ਮੰਡਲੀ ਲੰਘੀ, ਸੰਤਾਂ ਦਾ ਗਰੁੱਪ ਲੰਘਿਆ ਤਾਂ ਉਸਨੇ ਉਹਨਾਂ ਕੋਲੋਂ ਸਮਾਨ ਖੋਹਣਾ ਚਾਹਿਆ। ਸੰਤਾਂ ਨੇ ਪੁੱਛਿਆ, ਤੂੰ ਇਹ ਪਾਪ ਕਿਸ ਵਾਸਤੇ ਕਰਦਾ ਹੈ? ਬਾਲਮੀਕ ਨੇ ਆਖਿਆ, ਮੈਂ ਆਪਣੇ ਪਰਿਵਾਰ ਵਾਸਤੇ ਕਰਦਾ। ਸੰਤਾਂ ਨੇ ਆਖਿਆ ਵੀ ਕੀ ਉਹ ਤੇਰੇ ਪਾਪਾਂ ਵਿੱਚੋਂ ਹਿੱਸਾ ਵੰਡਾਉਣਗੇ? ਜਾਂ ਪਹਿਲਾਂ ਪੁੱਛ ਕੇ ਆ, ਜਦੋਂ ਤੂੰ ਮਰ ਗਿਆ ਤਾਂ ਤੈਨੂੰ ਇਹਨਾਂ ਪਾਪਾਂ ਦਾ ਹਿਸਾਬ ਜਦੋਂ ਦੇਣਾ ਪਿਆ ਤਾਂ ਉਹਦੇ ਵਿੱਚੋਂ ਤੇਰਾ ਹਿੱਸਾ ਵੰਡਾਉਣਗੇ ਪਾਪਾਂ ਦਾ? ਬਾਲਮੀਕ ਨੇ ਸੰਤਾਂ ਦੇ ਭੱਜ ਜਾਣ ਦੇ ਡਰ ਤੋਂ, ਵੀ ਕਿਤੇ ਭੱਜ ਨਾ ਜਾਣ ਮੇਰੇ ਮਗਰੋਂ, ਉਹਨਾਂ ਸੰਤਾਂ ਨੂੰ ਰੱਸੀ ਨਾਲ ਬੰਨ੍ਹ ਕੇ ਘਰ ਚਲਾ ਗਿਆ ਅਤੇ ਵਾਰੀ-ਵਾਰੀ ਪਰਿਵਾਰ ਦੇ ਮੈਂਬਰਾਂ ਕੋਲੋਂ ਪੁੱਛਿਆ ਕਿ ਜੋ ਮੈਂ ਤੁਹਾਡੇ ਵਾਸਤੇ ਪਾਪ ਕਰਦਾ, ਕੀ ਤੁਸੀਂ ਮੇਰੇ ਪਾਪਾਂ ਦਾ ਹਿੱਸਾ ਵੰਡਾਓਗੇ? ਸਭ ਨੇ ਆਖਿਆ, ਸਾਡੀ ਪਾਲਣਾ ਕਰਨਾ ਤੇਰਾ ਫਰਜ਼ ਹੈ, ਸਾਡੇ ਖਾਣ ਵਾਸਤੇ ਜਿੱਥੋਂ ਮਰਜ਼ੀ ਲਿਆ, ਅਸੀਂ ਤੇਰੇ ਪਾਪਾਂ ਦਾ ਹਿੱਸਾ ਨਹੀਂ ਵੰਡਾਵਾਂਗੇ। ਬਾਲਮੀਕ ਨੇ ਵਾਪਸ ਆ ਕੇ ਸੰਤਾਂ ਕੋਲੋਂ ਮਾਫੀ ਮੰਗੀ ਤੇ ਰੱਸੀ ਖੋਲ ਦਿੱਤੀ। ਫਿਰ ਸੰਤਾਂ ਤੋਂ ਉਪਦੇਸ਼ ਮੰਗਿਆ ਅਤੇ ਆਖਿਆ, ਸਾਰੇ ਪਾਪ ਮੈਨੂੰ ਇਕੱਲੇ ਨੂੰ ਹੀ ਭੋਗਣੇ ਪੈਣੇ ਹਨ, ਕੋਈ ਵੀ ਮੇਰੇ ਪਾਪਾਂ ਨੂੰ ਵੰਡਾਉਣ ਵਾਸਤੇ ਤਿਆਰ ਨਹੀਂ ਹੈ। ਸੰਤਾਂ ਨੇ ਵੇਦ ਰੀਤੀ ਅਨੁਸਾਰ ਉਸ ਨੂੰ ਉਪਦੇਸ਼ ਦਾ ਧਾਰਨੀ ਨਾ ਜਾਣ ਕੇ
ਉਸ ਨਾ ਜਾਣ ਕੇ ਉਸ ਨੂੰ ਉਪਦੇਸ਼ ਵੀ ਦੇਣਾ ਚਾਹੁੰਦੇ ਸੀ, ਪਰ ਵੇਦਾਂ ਦੀ ਮੱਤ ਅਨੁਸਾਰ ਉਹਨਾਂ ਨੇ ਹੋਰ ਤਰੀਕੇ ਨਾਲ ਉਪਦੇਸ਼ ਦਿੱਤਾ। ਉਸ ਦੀ ਗਤੀ ਵੀ ਕਰਨੀ ਚਾਹੁੰਦੇ ਸਨ ਅਤੇ ਉਸ ਨੂੰ ਉਪਦੇਸ਼ ਵੀ ਦੇਣਾ ਚਾਹੁੰਦੇ ਸਨ। ਇਸ ਲਈ ਉਸ ਨੂੰ ਰਾਮ ਨਾਮ ਦੇ ਉਲਟੇ ਅੱਖਰਾਂ ਦਾ ਉਪਦੇਸ਼ ਦੇ ਦਿੱਤਾ। ਵੇਦਾਂ ਦੀ ਰੀਤੀ ਜੋ ਉਹਨਾਂ ਦੀ ਵੇਦ ਮਤ ਦੇ ਵਿੱਚ ਲਿਖਿਆ ਵੀ ਪਾਪੀ ਨੂੰ ਹੱਕ ਨਹੀਂ ਹੈ ਪ੍ਰਮਾਤਮਾ ਦਾ ਨਾਮ ਸੁਣਨ ਦਾ, ਨੀਚ ਨੂੰ ਵੀ ਹੱਕ ਨਹੀਂ ਹੈ, ਕਿਉਂਕਿ ਵਾਲਮੀਕ ਨੀਚ ਜਾਤ ਦਾ ਸੀ। ਨੀਚ ਜਾਤ ਦਾ ਬੰਦਾ ਰਾਮ ਨਹੀਂ ਜਪਦਾ ਸੀ, ਓਮ ਜਾਂ ਰਾਮ ਦਾ ਜਾਪ ਨਹੀਂ ਜਪ ਸਕਦਾ ਸੀਗਾ। ਜਿਵੇਂ ਆਪਾਂ ਓਮ ਦੇ ਡੈਫੀਨੇਸ਼ਨ ਵੇਲੇ ਆਪਾਂ ਜਦੋਂ ਸੁਣਿਆ ਤਾਂ ਸੰਤਾਂ ਨੇ ਕੀ ਕੀਤਾ, ਉਹਦੇ ਉੱਪਰ ਦਇਆ ਕਰਕੇ ਵੇਦਾਂ ਦੀ ਰੀਤੀ ਨੂੰ ਵੀ ਬਰਕਰਾਰ ਰੱਖਿਆ ਅਤੇ ਉਸ ਦਾ ਉਧਾਰ ਵੀ ਕਰ ਦਿੱਤਾ। ਰਾਮ ਦੇ ਨਾਮ ਨੂੰ ਉਲਟੇ ਅੱਖਰਾਂ ਵਿੱਚ ਉਪਦੇਸ਼ ਦਿੱਤਾ। ਉਸ ਨੂੰ ਆਖਿਆ ਕਿ ਤੂੰ ਹੁਣ ਇੱਥੇ ਬੈਠ ਕੇ ਮਰਾ ਜਪ, ਤੇਰੀ ਗਤੀ ਹੋ ਜਾਵੇਗੀ। ਹੁਣ ਉਹ ਉੱਥੇ ਬੈਠ ਕੇ ਮਰਾ ਜਪਣ ਲੱਗਾ। ਹੌਲੀ ਹੌਲੀ ਉਹ ਮਰਾ ਤੋਂ ਰਾਮ ਹੋ ਗਿਆ। ਜਿਵੇਂ ਆਪਾਂ ਮਰਾ ਇੱਕ ਵਾਰੀ ਦੋ ਵਾਰੀ ਬੋਲਾਂਗੇ ਤਾਂ ਮਰਾ ਬਣੂਗਾ। ਅਗਰ ਜੇ ਆਪਾਂ ਮਰਾ ਨੂੰ 10 ਵਾਰੀ ਰਿਪੀਟ ਕਰਦੇ ਹਾਂ ਤਾਂ ਉਹ ਰਾਮ ਬਣ ਜਾਂਦਾ ਆਪਣੇ ਆਪ ਹੀ। ਦੇਖੋ ਰਾਮ 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 ਰਾਮ, ਇਹਦੇ ਵਿੱਚੋਂ ਰਾਮ ਦੀ ਧੁਨੀ ਆਉਣ ਲੱਗ ਗਈ ਨਾ ਆਟੋਮੈਟਿਕਲੀ। ਸੋ ਹੌਲੀ ਹੌਲੀ ਮਰਾਂ ਤੋਂ ਰਾਮ ਹੋ ਗਿਆ ਅਤੇ ਉਸ ਦੀ ਲਿਵ ਲੱਗ ਗਈ। ਬਾਅਦ ਵਿੱਚ ਉਹ ਬਹੁਤ ਵੱਡਾ ਭਗਤ ਹੋਇਆ ਅਤੇ ਇੱਕ ਸਮੇਂ ਰਾਮਚੰਦਰ ਦੀ ਪਤਨੀ ਮਾਤਾ ਸੀਤਾ ਨੇ ਇਹਨਾਂ ਕੋਲ ਆਪਣਾ ਬਨਵਾਸ ਵੀ ਕੱਟਿਆ ਸੀ। ਜਦੋਂ ਉਹਨਾਂ ਨੂੰ ਬਨਵਾਸ ਦਿੱਤਾ ਗਿਆ ਸੀ ਤਾਂ ਇਹਨਾਂ ਕੋਲ ਬੈਠ ਕੇ ਸੀਤਾ ਨੇ ਆਪਣਾ ਬਨਵਾਸ ਕੱਟਿਆ ਸੀ। ਇੱਥੇ ਰਾਮ ਦੇ ਬੇਟੇ ਲਵ ਅਤੇ ਕੁਸ਼ ਦੀ ਵਾਲਮੀਕ ਨੇ ਪਰਵਰਿਸ਼ ਕੀਤੀ। ਇੱਥੇ ਬੈਠ ਕੇ ਹੀ ਵਾਲਮੀਕ ਨੇ ਰਾਮਾਇਣ ਲਿਖੀ। ਜੋ ਸਥਾਨ ਅੰਮ੍ਰਿਤਸਰ ਜੀ ਦੇ ਨੇੜੇ ਹੈ, ਰਾਮ ਤੀਰਥ। ਆਪ ਜੀ ਨੇ ਸੁਣਿਆ ਹੋਣਾ, ਅੰਮ੍ਰਿਤਸਰ ਜਾਂਦੇ ਹੋ ਤਾਂ ਰਾਮ ਤੀਰਥ ਉੱਤੇ ਬਹੁਤ ਵੱਡਾ ਸਥਾਨ ਹੈ ਵਾਲਮੀਕ ਜੀ ਦਾ, ਜਿੱਥੇ ਸੀਤਾ ਨੇ ਤੇ ਲਵ ਕੁਸ਼ ਨੇ, ਰਾਮਚੰਦਰ ਦੇ ਬੇਟੇ ਲਵ ਕੁਸ਼ ਨੇ ਆਪਣਾ ਬਨਵਾਸ ਕੱਟਿਆ ਸੀ ਤੇ ਇੱਥੇ ਰਹੇ ਸਨ। ਇਸ ਤਰ੍ਹਾਂ ਮੰਦੇ ਮੁਖ ਮੰਦੇ ਕਰਮ ਕਰਨ ਵਾਲਾ ਵਾਲਮੀਕ ਰਾਮ ਦਾ ਨਾਮ ਸੁਣ ਕੇ ਤੇ ਫਿਰ ਜਪ ਕੇ ਮਹਾਨ ਰਿਸ਼ੀ ਬਣ ਗਿਆ। ਤਾਂ ਗੁਰੂ ਜੀ ਕਹਿੰਦੇ ਸੁਣਿਆ ਮੁਖ ਸਲਾਹਣ ਮੰਦ। ਜਿਹੜੇ ਮੰਦੇ ਮੁਖ ਵਾਲੇ ਸਨ, ਹਮੇਸ਼ਾ ਬੁਰਾ ਬੋਲਦੇ, ਬੁਰਾ ਕਰਦੇ ਸੀ, ਜਿਨ੍ਹਾਂ ਲੋਕਾਂ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਸੀ, ਉਹ ਪ੍ਰਮਾਤਮਾ ਦਾ ਨਾਮ ਸੁਣਨ ਕਰਕੇ ਸਲਾਹਣ ਯੋਗ ਹੋ ਗਏ, ਸਿਫਤਾਂ ਕਰਨ ਦੇ ਯੋਗ ਹੋ ਗਏ, ਜਾਂ ਉਹ ਪ੍ਰਮਾਤਮਾ ਦੀਆਂ ਸਿਫਤਾਂ ਕਰਨ ਲੱਗ ਪਏ। ਦੈਨ ਸੁਣਿਆ ਜੋਗ ਜੁਗਤ ਤਨ ਭੇਦ। ਉੱਥੇ ਆਪਾਂ ਸੁਣਿਆ ਤੇ ਵਿਸ਼ਰਾਮ ਲੈਣਾ, ਅਰਧ ਵਿਸ਼ਰਾਮ, ਬਾਕੀ ਠੀਕ ਉਚਾਰਨ ਹੁੰਦਾ ਇਹਦਾ। ਸੁਣਿਆ ਜੋਗ ਜੁਗਤ ਤਨ ਭੇਦ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਦਾ ਨਾਮ ਸੁਣਨ ਕਰਕੇ ਜੋਗੀਆਂ ਦੀਆਂ ਜੁਗਤੀਆਂ ਦਾ ਅਤੇ ਸਰੀਰ ਦੀਆਂ ਜੁਗਤੀਆਂ ਦਾ ਸਹਿਜੇ ਹੀ ਭੇਦ ਆ ਜਾਂਦਾ। ਜਿਹੜੇ ਯੋਗ ਮਤ ਵਾਲੇ ਯੋਗਾ ਕਰਾਉਂਦੇ ਆ, ਇਹ ਯੋਗ ਕਰ ਕਰਕੇ ਪ੍ਰਾਪਤ ਕਰਦੇ ਆ, ਪਰ ਕਹਿੰਦੇ ਜੇ ਮਨੁੱਖ ਰੋਜ਼ ਪ੍ਰਮਾਤਮਾ ਦਾ ਨਾਮ ਸੁਣਦਾ ਮਨ ਕਰਕੇ ਤੇ ਉਹਨੂੰ ਇਹਨਾਂ ਚੀਜ਼ਾਂ ਦਾ ਸਹਿਜੇ ਹੀ ਪਤਾ ਲੱਗ ਜਾਂਦਾ, ਭੇਦ ਆ ਜਾਂਦਾ, ਗਿਆਨ ਹੋ ਜਾਂਦਾ। ਸੁਣਿਆ ਸਾਸਤ ਸਿਮਰਤ ਵੇਦ। ਸੁਣਿਆ ਸਾਸਤ ਸਿਮਰਤ ਵੇਦ। ਸੁਣਿਆ ਤੇ ਵਿਸ਼ਰਾਮ ਆਊਗਾ ਇੱਕੋ ਹੀ। ਤਾਂ ਗੁਰੂ ਜੀ ਕਹਿੰਦੇ ਨਾਮ ਨੂੰ ਸੁਣਨ ਕਰਕੇ 6 ਸ਼ਾਸਤਰਾਂ ਦੀ, 27 ਸਿਮਰਤੀਆਂ ਦੀ, 4 ਵੇਦਾਂ ਦੀ ਸਹਿਜੇ ਹੀ ਸਮਝ ਆ ਜਾਂਦੀ। ਸਾਸਤ ਮੀਨਸ ਸ਼ਾਸਤਰ, ਸਿਮਰਤ ਮੀਨਸ ਸਿਮਰਤੀਆਂ, ਵੇਦ ਮੀਨਸ 4 ਵੇਦ। ਇਹਨਾਂ ਸਾਰੀਆਂ ਚੀਜ਼ਾਂ ਦੀ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਹੀ ਗਿਆਨ ਹੋ ਜਾਂਦਾ, ਸਮਝ ਆ ਜਾਂਦੀ ਹੈ ਸਾਰੀਆਂ ਚੀਜ਼ਾਂ ਦੀ। ਇੱਥੇ ਇੱਕ ਪ੍ਰਮਾਣ ਸਾਖੀ ਆ। ਜਿਵੇਂ ਲਾਹੌਰ ਵਿਖੇ ਅਕਬਰ ਨੇ ਦਰਬਾਰ ਵਿੱਚ ਗੁਰੂ ਅਮਰਦਾਸ ਜੀ ਦੇ ਆਸ਼ੀਰਵਾਦ ਨਾਲ, ਜਿਵੇਂ ਲਾਹੌਰ ਵਿਖੇ ਅਕਬਰ ਦੇ ਦਰਬਾਰ ਵਿੱਚ ਗੁਰੂ ਅਮਰਦਾਸ ਜੀ ਦੇ ਆਸ਼ੀਰਵਾਦ ਨਾਲ ਭਾਈ ਜੇਠਾ ਜੀ ਮੀਨਸ ਗੁਰੂ ਰਾਮਦਾਸ ਜੀ, ਉਦੋਂ ਗੁਰੂ ਨਹੀਂ ਬਣੇ ਸੀ, ਉਦੋਂ ਉਹਨਾਂ ਦਾ ਨਾਮ ਜੇਠਾ ਸੀ,
ਸੋ ਗੁਰੂ ਰਾਮਦਾਸ ਜੀ ਨੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ ਸੀ। ਬਾਅਦ ਚ ਗੁਰੂ ਬਣਦੇ ਪਰ ਆਪਾਂ ਗੁਰੂ ਰਾਮਦਾਸ ਜੀ ਕਰਕੇ ਉਹਨਾਂ ਨੂੰ ਕਾਲ ਗੁਰੂ ਰਾਮਦਾਸ ਜੀ। ਤਾਂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਉਹ ਲਾਹੌਰ ਗਏ ਤੇ ਅਕਬਰ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਗਾਇਤਰੀ ਮੰਤਰ ਜੋ ਉੱਥੇ ਉਚਾਰਨ ਕੀਤਾ ਸੀ ਉਸ ਦੇ ਅਰਥ ਕੀਤੇ ਸਨ। ਗੁਰੂ ਰਾਮਦਾਸ ਜੀ ਨੇ ਪਹਿਲਾਂ ਕਦੇ ਗਾਇਤਰੀ ਮੰਤਰ ਨਹੀਂ ਪੜ੍ਹਿਆ ਸੀ, ਨਾ ਸੁਣਿਆ ਸੀ। ਉਹਨਾਂ ਨੇ ਸਿਰਫ ਗੁਰੂ ਅਮਰਦਾਸ ਜੀ ਕੋਲੋਂ ਪਰਮੇਸ਼ਰ ਦਾ ਨਾਮ ਹੀ ਸੁਣਿਆ ਸੀਗਾ। ਤੇ ਦੇਖੋ ਜਦੋਂ ਪਰਮੇਸ਼ਰ ਦਾ ਨਾਮ ਸੁਣ ਸੁਣ ਕੇ ਉਹ ਇੰਨੇ ਵੱਡੇ ਵਿਦਵਾਨ ਹੋ ਗਏ, ਇੰਨੀਆਂ ਸਿਮਰਤੀਆਂ ਵੇਦਾਂ ਦਾ ਗਿਆਨ ਹੋ ਗਿਆ ਕਿ ਜਦੋਂ ਪੰਡਤਾਂ ਨੇ ਅਕਬਰ ਦੇ ਦਰਬਾਰ ਦੇ ਵਿੱਚ ਪ੍ਰੀਖਿਆ ਲੈਣ ਵਾਸਤੇ ਗਾਇਤਰੀ ਮੰਤਰ ਬੋਲਿਆ, ਕਹਿੰਦੇ ਜੀ ਇਹਨਾਂ ਨੂੰ ਕਹੋ ਕਿ ਇਸ ਦੇ ਅਰਥ ਕਰਨ। ਤਾਂ ਗੁਰੂ ਰਾਮਦਾਸ ਜੀ ਨੇ ਉਸ ਗਾਇਤਰੀ ਮੰਤਰ ਦੇ ਇੰਨੇ ਡੀਪਲੀ ਮੀਨਿੰਗ ਕੀਤੇ, ਇੰਨੇ ਡੀਪਲੀ ਅਰਥ ਕੀਤੇ ਜਿਨ੍ਹਾਂ ਦਾ ਖੁਦ ਬ੍ਰਾਹਮਣਾਂ ਨੂੰ ਵੀ ਨਹੀਂ ਪਤਾ ਸੀਗਾ। ਸਾਰੇ ਦੰਗ ਰਹਿ ਗਏ। ਤਾਂ ਅਕਬਰ ਬਾਦਸ਼ਾਹ ਨੇ ਸ਼ਿਕਾਇਤ ਕਰਨ ਵਾਲੇ ਬ੍ਰਾਹਮਣਾਂ ਨੂੰ ਫਿਟਕਾਰ ਪਾਈ, ਡਾਂਟਿਆ ਤੇ ਗੁਰੂ ਰਾਮਦਾਸ ਜੀ ਨੂੰ ਸ਼ਾਬਾਸ਼ੀ ਦਿੱਤੀ, ਯਾਨੀ ਕਿ ਸਤਿਕਾਰ ਕੀਤਾ ਉਹਨਾਂ ਦਾ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦਾ ਗਿਆਨ ਹੋ ਜਾਂਦਾ। ਨਾਨਕ ਭਗਤਾ ਸਦਾ ਵਿਗਾਸ, ਨਾਨਕ ਤੇ ਥੋੜਾ ਜਿਹਾ ਰੋਕਣਾ। ਨਾਨਕ ਭਗਤਾ ਸਦਾ ਵਿਗਾਸ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੇ ਭਗਤ ਸਦਾ ਹੀ ਆਨੰਦ ਮਾਣਦੇ ਹਨ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਤੇ ਵਿਸ਼ਰਾਮ ਇੱਕੋ ਹੀ। ਸੁਣਿਆ ਦੁੱਖ ਪਾਪ ਕਾ ਨਾਸ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੇ ਭਗਤ ਭਾਈ ਸਦਾ ਆਨੰਦ ਮਾਣਦੇ ਹਨ ਅਤੇ ਵਾਹਿਗੁਰੂ ਦਾ ਨਾਮ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਇੱਥੋਂ ਤੱਕ ਆਪਾਂ 2 ਪੌੜੀਆਂ 8ਵੀਂ ਤੇ 9ਵੀਂ 2 ਪੌੜੀਆਂ ਦੀ ਅਸੀਂ ਵਿਚਾਰ ਸੁਣੀ ਹੈ। 2 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ, ਸਰਵਣ ਕੀਤੇ ਆ। ਇਸ ਤੋਂ ਅਗਲਾ ਵਿਚਾਰ ਆਪਾਂ ਅਗਲੇ ਪਾਰਟ ਦੇ ਵਿੱਚ ਸੁਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।